ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਂਦ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਕਰਦਾ ਹਾਂ। ਦਰਸ਼ਕੋ, ਇਸ ਵੇਲੇ ਤੁਸੀਂ ਐਕਸਕਲੂਸਿਵ ਰਿਪੋਰਟ ਦੇਖ ਰਹੇ ਹੋ ਸਿੱਧਾ ਗਵਰਨਰ ਹਾਊਸ ਤੋਂ, ਤੇ ਸਾਡੇ ਨਾਲ ਇਸ ਵੇਲੇ ਸਰਦਾਰ ਅਜੀਤ ਸਿੰਘ ਜੀ ਅਤੇ ਉਹਨਾਂ ਦੀ ਟੀਮ ਜਿਹੜੇ ਕਿ ਆਲ ਟਰਾਂਸਪੋਰਟ J&K ਐਸੋਸੀਏਸ਼ਨ ਦੇ ਜਿੰਨੇ ਵੀ ਪ੍ਰੈਜ਼ੀਡੈਂਟਸ ਹੈਗੇ ਨੇ ਉਹ ਵੀ ਸਾਡੇ ਨਾਲ ਨੇ। ਔਰ ਇਸ ਵੇਲੇ ਗਵਰਨਰ ਹਾਊਸ ਆਉਣ ਦਾ ਕੀ ਮਕਸਦ ਸੀ, ਸਭ ਤੋਂ ਪਹਿਲੇ ਉਹਦੇ ਨਾਲ ਜਾਣਦੇ ਆ, ਫਿਰ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਰੱਖਾਂਗੇ। ਸਾਰਿਆਂ ਨੂੰ ਹੋਂਦ ਚੈਨਲ ਦੇ ਉੱਤੇ ਜੀ ਆਇਆਂ ਨੂੰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅਸੀਂ ਹੋਂਦ ਡਿਜੀਟਲ ਚੈਨਲ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਕੋਈ ਵੀ ਇਸ਼ੂ ਹੁੰਦਾ ਹੈ ਜਿਹੜਾ ਉਹ ਲੈ ਕੇ ਪਬਲਿਕ ਤੱਕ ਔਰ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾਉਂਦੇ ਹਨ। ਅਸੀਂ ਬਹੁਤ ਬਹੁਤ ਤੁਹਾਡੇ ਹੱਥੀ ਰਹਿਣੀ ਹਾਂ, ਬੜੇ ਧੰਨਵਾਦੀ ਹਾਂ। ਅੱਜ ਵੀਰ ਜੀ ਤੁਸੀਂ ਕੁਐਸਚਨ ਕੀਤਾ ਕਿ ਹੁਣ ਗਵਰਨਰ ਹਾਊਸ ਆਉਣ ਦਾ ਕੀ ਰੀਜ਼ਨ ਸੀ। ਐਕਚੁਅਲੀ ਪਿਛਲੇ ਕਾਫੀ ਦਿਨਾਂ ਤੋਂ ਗਵਰਨਰ ਸਾਹਿਬ ਸ੍ਰੀਨਗਰ ਸਨ। ਸਾਡੀ ਇੱਕ ਮੀਟਿੰਗ ਪਹਿਲੇ ਹੋ ਚੁੱਕੀ ਸੀ। ਮੇਨ ਜਿਹੜਾ ਮੁੱਦਾ ਸੀ, ਜਿਹੜਾ ਵਿਸ਼ਾ ਸੀ, ਉਹ ਸੀ ਸਰੋਵਰ ਟੋਲ ਪਲਾਜ਼ਾ। ਸਰੋਵਰ ਟੋਲ ਪਲਾਜ਼ਾ ਦੀ ਕਰਕੇ ਸਾਡੀ ਪਹਿਲੇ ਜਦ ਗਵਰਨਰ ਸਾਹਿਬ ਨਾਲ ਗੱਲ ਹੋਈ ਸੀ ਤੇ ਗਵਰਨਰ ਸਾਹਿਬ ਨੇ ਕਿਹਾ ਸੀ ਕਿ ਮੈਂ ਉਹਨਾਂ ਨੇ ਇੱਕ ਬਾਈਟ ਵੀ ਦਿੱਤੀ, ਸੁਣੀ ਹੋਣੀ, ਕਿ ਚੇਅਰਮੈਨ ਸਾਹਿਬ ਨਾਲ ਮੇਰੀ ਗੱਲਬਾਤ ਹੋ ਗਈ ਹੈ, ਜਿਹੜੇ ਨੈਸ਼ਨਲ ਹਾਈਵੇ ਅਥਾਰਟੀ ਦੇ ਚੇਅਰਮੈਨ ਹਨ ਉਹਨਾਂ ਨਾਲ ਗੱਲਬਾਤ ਹੋ ਗਈ ਹੈ। ਤੇ ਉਸ ਤੋਂ ਬਾਅਦ ਸਾਡੀ ਗਵਰਨਰ ਸਾਹਿਬ ਨਾਲ ਮੁਲਾਕਾਤ ਨਹੀਂ ਹੋਈ। ਅੱਜ ਸਾਨੂੰ ਪਤਾ ਚੱਲਿਆ ਕਿ ਗਵਰਨਰ ਸਾਹਿਬ ਜੰਮੂ ਆ ਰਹੇ ਹਨ। ਦਿਨ ਨੂੰ 1:30 ਵਜੇ ਅਸੀਂ ਰਿਕੁਐਸਟ ਕੀਤੀ ਕਿ ਅਸੀਂ ਸਮੂਹ ਪ੍ਰਧਾਨ ਸਾਹਿਬਾਨ ਗਵਰਨਰ ਸਾਹਿਬ ਨੂੰ ਮਿਲਣਾ ਚਾਹੁੰਦੇ ਹਾਂ, ਤੇ ਗਵਰਨਰ ਸਾਹਿਬ ਨੇ 6:35 ਦਾ ਸਾਨੂੰ ਟਾਈਮ ਦਿੱਤਾ ਸੀ। ਆਉਂਦਿਆਂ ਹੀ ਸਭ ਤੋਂ ਪਹਿਲੇ ਉਹਨਾਂ ਨੇ ਆ ਕੇ ਟਰਾਂਸਪੋਰਟ ਦੀ ਗੁਹਾਰ ਸੁਣੀ, ਔਰ ਜਿਸ ਟਾਈਮ ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਟੋਲ ਪਲਾਜ਼ਾ ਜਿਹੜਾ ਹੈ ਸਭ ਤੋਂ ਇਫੈਕਟਿਵ ਜਿਹੜਾ ਸਾਡਾ ਟਰਾਂਸਪੋਰਟਰ ਹੈ, ਕਿਉਂਕਿ ਇਸ ਵਕਤ ਇੱਕ ਦੇ ਜਾਮ ਬੜਾ ਲੱਗ ਰਿਹਾ, 2 ਪੁਲ ਟੁੱਟੇ ਹੋਏ ਹਨ, ਗੱਡੀਆਂ ਬੜੀਆਂ ਘੁੰਮ ਕੇ ਜਾ ਰਹੀਆਂ ਹਨ। ਦੂਜਾ, ਇਸ ਵਕਤ ਵੈਸੇ ਵੀ ਪੈਸੇਂਜਰ ਬੜਾ ਪ੍ਰੋਬਲਮ ਵਿੱਚ ਹੈ, ਬੜਾ ਦੁਖੀ ਹੋ ਰਿਹਾ, ਬੜਾ ਘੁੰਮ ਕੇ ਜਾਣਾ ਪੈਂਦਾ ਹੈ। ਗੱਡੀ ਵਾਲਿਆਂ ਦਾ ਜਿੱਥੇ ਪਹਿਲੇ ਅਗਰ 700 ਦਾ ਤੇਲ ਲੱਗਦਾ ਸੀ ਤਾਂ 1000 ਰੁਪਏ ਦਾ ਲੱਗਦਾ ਹੈ। ਉੱਪਰੋਂ ਇਹ ਟੋਲ ਪਲਾਜ਼ਾ ਦੀ ਜਿਹੜੀ ਵੱਡੀ ਮਾਰ ਹੈ, ਇਸ ਨੂੰ ਟੋਲ ਪਲਾਜ਼ਾ ਨੂੰ ਇੱਕ ਵਾਰ ਸਸਪੈਂਡ ਕੀਤਾ ਜਾਏ। ਤੇ ਅੱਜ ਸਾਨੂੰ ਗਵਰਨਰ ਸਾਹਿਬ ਨੇ ਬੜੀ ਸ਼ਾਂਤੀ ਨਾਲ ਸਾਡੀ ਸਾਰਿਆਂ ਦੀ ਗੱਲਬਾਤ ਸੁਣੀ ਹੈ ਔਰ ਕਰਕੇ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਵਿਦ ਇਨ ਡੇਜ਼ ਜਿਹੜਾ ਇਹ ਜਿਹੜਾ ਟੋਲ ਪਲਾਜ਼ਾ ਹੈ ਇਹਨੂੰ ਸਸਪੈਂਡ ਕੀਤਾ ਜਾਏਗਾ, ਇਸ ਨੂੰ ਚੁੱਕਿਆ ਜਾਏਗਾ। ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਇਸ ਗੱਲ ਦੇ ਲਈ। ਬਿਲਕੁਲ ਵੀਰ ਜੀ, ਜਿੱਦਾਂ ਕਿ ਹੁਣੇ ਰਿਪੋਰਟ ਬਣੀ ਹੋਈ ਹੈ ਪੂਰੇ ਜੰਮੂ ਕਸ਼ਮੀਰ ਦੀ, ਸਾਡੇ ਆਲ ਇੰਡੀਆ ਦੇਖ ਰਹੇ ਇਸ ਟਾਈਮ ਜੰਮੂ ਕਸ਼ਮੀਰ ਦੇ ਵਿੱਚ। ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਆਉਂਦਾ ਕਿ ਜਦੋਂ ਰਾਜਪੂਤ ਸਭਾ ਦੇ ਵੀਰ ਜਾਂ ਹੋਰ ਵੀ ਜਿਹੜੇ ਸੰਗਠਨ ਹੋ ਕੇ ਸਰੋਵਰ ਟੋਲ ਪਲਾਜ਼ਾ ਦੇ ਉੱਤੇ ਗਏ ਨੇ, ਸਭ ਤੋਂ ਪਹਿਲੀ ਨਜ਼ਰ ਹਮੇਸ਼ਾ ਰਹਿੰਦੀ ਹੈ ਆਲ ਟਰਾਂਸਪੋਰਟ ਐਸੋਸੀਏਸ਼ਨ ਦੇ ਉੱਤੇ, ਕਿਉਂਕਿ ਸਭ ਤੋਂ ਜ਼ਿਆਦਾ ਜੇਕਰ ਮਾਰ ਜੇ ਕੋਈ ਮਹਿਕਮਾ ਝੇਲ ਰਿਹਾ ਔਰ ਟਰਾਂਸਪੋਰਟ ਖੇਤਰ ਦਾ ਚੱਲ ਰਿਹਾ, ਤੇ ਮੈਂ ਜ਼ਰੂਰ ਇਸ ਮੁੱਦੇ ਦੇ ਉੱਤੇ ਤੁਹਾਡੇ ਤੋਂ ਸਵਾਲ ਪੁੱਛਣਾ ਚਾਹਾਂਗਾ ਕਿ ਤੁਹਾਡੀ ਕੀ ਐਕਟੀਵਿਟੀ ਰਹੀ ਸੀ ਔਰ ਕਿੱਦਾਂ ਇਸ ਪ੍ਰੋਸੈਸ ਨੂੰ ਤੁਸੀਂ ਜਨਤਕ ਕੀਤਾ ਸੀ ਸਾਰੀ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ। ਵੀਰ ਜੀ ਬਹੁਤ ਅੱਛਾ ਕੁਐਸਚਨ ਕੀਤਾ ਤੁਸੀਂ। ਇਹ ਪਬਲਿਕ ਦੇ ਕਾਰਨ ਬੜਾ ਜ਼ਰੂਰੀ ਸੀ। ਇਹ ਤੁਸੀਂ ਇੱਕ ਜ਼ੂਮ ਕਰ ਲਿਓ, ਮੈਂ ਤੁਹਾਨੂੰ ਪ੍ਰਿੰਟ ਆਊਟ ਆ ਰਿਹਾ, ਪ੍ਰਿੰਟ ਆਊਟ ਦਿੰਦਾ। ਇਹ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਆ ਗਿਆ ਪ੍ਰਿੰਟ ਆਊਟ। ਇਹ ਦੇਖੋ ਜੀ, ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਇੱਕ ਡਿਵਕਾਮ ਸਾਹਿਬ ਨੂੰ ਲੈਟਰ ਲਿਖੀ ਗਈ ਸੀ। ਇਹ ਤੁਹਾਨੂੰ ਦੇਣ ਦਿਆਂ ਨਾਲ ਕਿਹੜੀ ਡੇਟ ਨੂੰ ਲਿਖੀ ਗਈ ਸੀ? 1 ਅਗਸਤ 2023 ਨੂੰ। 1 ਅਗਸਤ 2023 ਨੂੰ, ਠੀਕ ਹੈ। ਇਹ ਡਿਵਕਾਮ ਆਫਿਸ ਦੇ ਵਿੱਚੋਂ ਇਹ ਦੇਖੋ, ਤੁਸੀਂ ਆਪ ਪੜ੍ਹ ਲਓ, ਤੁਸੀਂ ਆਪ ਪੜ੍ਹ ਕੇ ਸੁਣਾਓ, ਜ਼ਿਆਦਾ ਵਧੀਆ ਲੱਗੇਗਾ। ਬਿਲਕੁਲ, ਜਿਹੜੀ ਉਹਨਾਂ ਨੇ ਰੈਫਰ ਕੀਤੀ ਸੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਰੀਜਨਲ ਆਫੀਸਰ ਨੂੰ 5 ਅਗਸਤ ਨੂੰ। 5 ਅਗਸਤ ਨੂੰ ਦੇਖੋ, ਹਰ ਕੰਮ ਦੇ ਲਈ ਇੱਕ ਪ੍ਰੋਸੀਜਰ ਫਾਲੋ ਕਰਨਾ ਹੁੰਦਾ ਹੈ। ਅਸੀਂ ਉਸ ਪ੍ਰੋਸੈਸ ਨੂੰ ਚਲਾਇਆ ਹੋਇਆ ਸੀ। ਇਹਨਾਂ ਨੇ ਸਾਨੂੰ ਕਿਹਾ ਸੀ ਕਿ 15 ਅਗਸਤ ਜਾ ਲੈਣ ਦਿਓ, 15 ਅਗਸਤ ਦੇ ਬਾਅਦ ਜਿਹੜਾ ਇਹ ਟੋਲ ਹੈ ਸਸਪੈਂਡ ਹੋ ਜਾਏਗਾ। ਉਸ ਗੱਲ ਦੇ ਵਿੱਚ ਅੱਜ ਵੀ ਗਵਰਨਰ ਸਾਹਿਬ ਕਾਇਮ ਖੜੇ ਨੇ। ਗਵਰਨਰ ਸਾਹਿਬ ਨੇ ਕਿਹਾ ਕਿ ਵਿਦ ਇਨ ਡੇਜ਼ ਜਿਹੜਾ ਟੋਲ ਜਿਹੜਾ ਸਸਪੈਂਡ ਹੋ ਜਾਏਗਾ। ਤੁਸੀਂ ਕੁਐਸਚਨ ਕੀਤਾ ਸੀ ਕਿ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਨੇ ਕੀ ਕੀਤਾ। ਮੈਂ ਵਰਬਲ ਗੱਲ ਨਹੀਂ ਕਰ ਰਿਹਾ, ਮੈਂ ਤੁਹਾਨੂੰ ਇਸ ਕਰਕੇ ਇਨ ਰਾਈਟਿੰਗ ਕਾਗਜ਼ ਦੇ ਰਿਹਾ ਕਿ ਅਸੀਂ 1/8 ਨੂੰ ਇਹ ਡਿਵਕਾਮ ਸਾਹਿਬ ਨੂੰ ਲੈਟਰ ਦਿੱਤੀ ਸੀ ਔਰ 5/8 ਨੂੰ ਇਹ ਰੀਜਨਲ ਆਫੀਸਰ ਨੈਸ਼ਨਲ ਹਾਈਵੇ ਅਥਾਰਟੀ ਨੂੰ ਡਿਵਕਾਮ ਸਾਹਿਬ ਨੇ ਲੈਟਰ ਕੱਢ ਦਿੱਤੀ ਸੀ। ਇਹ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਲੈਟਰ ਪੈਡ ਤੋਂ ਬਾਅਦ ਉਹਨਾਂ ਨੇ ਲੈਟਰ ਕੱਢੀ ਸੀ, ਕਿਉਂਕਿ ਤੁਸੀਂ ਜਾਣਦੇ ਹੋ ਕਿ ਹਰ ਇੱਕ ਕੰਮ ਦਾ ਇੱਕ ਪ੍ਰੋਸੀਜਰ ਹੁੰਦਾ ਨਾ, ਇੱਕ ਪ੍ਰੋਸੀਜਰ ਫਾਲੋ ਕਰਨਾ ਪੈਂਦਾ ਹੈ। ਸਾਡੇ ਸਭ ਤੋਂ ਜ਼ਿਆਦਾ ਇਫੈਕਟਿਵ ਇਹਦੇ ਵਿੱਚ ਸਾਡੇ ਟਰਾਂਸਪੋਰਟਰ ਹਨ ਔਰ ਸਾਡੇ ਟਰਾਂਸਪੋਰਟਰ ਤਨ ਮਨ ਧਨ ਨਾਲ ਪੂਰੇ ਇਸ ਚੀਜ਼ ਦੀ ਕਰਕੇ ਲੱਗੇ ਦੇਣ ਕਿ ਸਾਡੇ ਟਰਾਂਸਪੋਰਟਰਾਂ ਨੂੰ ਕੋਈ ਪ੍ਰੋਬਲਮ ਨਾ ਆਏ। ਉਸ ਦੀ ਕਰਕੇ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਜਿਹੜਾ ਟਰਾਂਸਪੋਰਟ ਦੇ ਰਿਲੇਟਿਡ ਹਰ ਖਿੱਤੇ ਨਾਲ ਖੜੇ ਹੋਣ ਵਾਲੇ ਹਰ ਬੰਦੇ ਦੇ ਨਾਲ ਅਸੀਂ ਖੜੇ ਹਾਂ। ਜੰਮੂ ਕਸ਼ਮੀਰ ਦੀ ਪੂਰੀ ਪਬਲਿਕ ਦੇ ਨਾਲ ਅਸੀਂ ਖੜੇ ਹਾਂ। ਜੰਮੂ ਕਸ਼ਮੀਰ ਦੀ ਪਬਲਿਕ ਤੇ ਉਹ ਟਰਾਂਸਪੋਰਟ ਜਿੱਥੇ ਵੀ ਇਫੈਕਟਿਵ ਹੋਏਗਾ ਉੱਥੇ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਤੁਹਾਨੂੰ ਹਾਜ਼ਰ ਮਿਲੇਗੀ। ਬਿਲਕੁਲ ਵੀਰ ਜੀ, ਇਸ ਵੇਲੇ ਮੈਨੂੰ ਲੱਗਦਾ ਜਿਹੜੇ ਵੀਰ ਬੈਠੇ ਵੀ ਹੋਣਗੇ ਨਾ ਸਟ੍ਰਾਈਕ ਦੇ ਉੱਤੇ, ਉਹਨਾਂ ਤੱਕ ਮੈਂ ਜ਼ਰੂਰ ਤੁਹਾਡੀ ਆਵਾਜ਼ ਪਹੁੰਚਾਉਣਾ ਚਾਹਾਂਗਾ। ਕੀ ਆਸ਼ਵਾਸਨ ਦੇਣਾ ਚਾਹੁੰਦੇ ਹੋ ਅੱਜ ਦੀ ਮੀਟਿੰਗ ਤੋਂ ਬਾਅਦ, ਕਿਉਂਕਿ ਹਮੇਸ਼ਾ ਤੁਹਾਡਾ ਚਿਹਰਾ ਆਪਾਂ ਦੇਖਦੇ ਹਾਂ ਔਰ ਸਵਾਲ ਤੁਹਾਡੇ ਕੋਲ ਯਕੀਨੀ ਤੌਰ ਤੇ ਇਸ ਲਈ ਵੀ ਤੁਹਾਡੇ ਤੋਂ ਲਿਆ ਕਿਉਂਕਿ ਕਾਫੀ ਮੈਸੇਜ ਸਾਨੂੰ ਵੀ ਆ ਰਹੇ ਨੇ। ਜਦੋਂ ਇੱਕ ਚਰਚਿਤ ਚਿਹਰਾ ਸਮਾਜ ਦੇ ਵਿੱਚ ਆਉਂਦਾ ਨੇ, ਯਕੀਨੀ ਤੌਰ ਤੇ ਉਹਦੇ ਕੋਲ ਸਵਾਲ ਵੀ ਪੁੱਛੇ ਜਾਂਦੇ ਨੇ। ਤੇ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਵੀਰ ਇਸ ਟਾਈਮ ਡਿਟੇਨ ਕੀਤੇ ਹੋਏ ਨੇ ਜਾਂ ਫਿਰ ਹਲੇ ਵੀ ਸਟ੍ਰਾਈਕ ਦੇ ਬਾਰੇ ਸੋਚ ਰਹੇ ਨੇ ਕਿ ਸਾਨੂੰ ਰੋਡ ਤੇ ਆਉਣਾ ਚਾਹੀਦਾ? ਵੀਰ ਜੀ, ਤੁਹਾਨੂੰ ਯਾਦ ਹੋਏਗਾ ਮੈਂ ਹਮੇਸ਼ਾ ਇੱਕ ਗੱਲ ਨੂੰ ਪਹਿਲ ਦਿੱਤੀ ਹੈ ਕਿ ਹਰ ਇੱਕ ਕੰਮ ਟੇਬਲ ਟਾਕ ਤੇ ਖਤਮ ਹੁੰਦਾ ਹੈ।
ਜਦੋਂ ਵੀ ਤੁਸੀਂ ਕੁਝ ਕਰਦੇ ਹੋ ਤੁਹਾਨੂੰ ਟੇਬਲ ਉਹ ਚਾਹੇ ਘਰ ਦਾ, ਪੰਚਾਇਤ ਦਾ ਕੋਰਟ ਦਾ ਜਾਂ ਥਾਣਿਆਂ ਦਾ ਕੰਮ ਟੇਬਲ ਤੇ ਹੀ ਖਤਮ ਹੋਣਾ ਹੈ। ਅਸੀਂ ਅੱਜ ਤੱਕ ਤੁਸੀਂ ਦੇਖਿਆ ਹੋਣਾ ਸਾਡੀ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਨੇ ਵੱਡੇ ਕੰਮ ਕਰਾਏ, ਉਸ ਤੁਸੀਂ ਫਿਟਨੈਸ ਦਾ ਮਸਲਾ ਦੇਖਿਆ ਹੋਣਾ, ਜਿਹੜਾ ਨਹੀਂ ਹੋਣ ਵਾਲਾ ਕੰਮ ਸੀ ਉਹ ਵੀ ਸਾਡਾ ਇੱਕ ਪ੍ਰੋਸੀਜਰ ਫਾਲੋ ਕਰਨ ਤੋਂ ਬਾਅਦ ਉਹ ਕੰਮ ਹੋਇਆ। ਕਿਉਂਕਿ ਕਿਤੇ ਵੀ ਤੁਸੀਂ ਜਾ ਕੇ ਇੱਕ ਰਿਪਰੈਜ਼ੈਂਟੇਸ਼ਨ ਦੇਂਦੇ ਹੋ ਤੇ ਜਦ ਤੱਕ ਉਹਨੂੰ ਫਾਲੋ ਨਹੀਂ ਕਰੋਗੇ ਕੰਮ ਨਹੀਂ ਹੋਏਗਾ। ਉਹਦਾ ਪਿੱਛਾ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਪਹਿਲੇ ਕੰਮਾਂ ਦਾ ਪਿੱਛਾ ਕੀਤਾ ਹੈ, ਇਸ ਦਾ ਵੀ ਪੂਰਾ ਪਿੱਛਾ ਕੀਤਾ ਹੈ। ਔਰ ਮੈਂ ਉਹਨਾਂ ਵੀਰਾਂ ਸਾਰਿਆਂ ਨੂੰ, ਅਸੀਂ ਸਾਰੇ ਇੱਕ ਹਾਂ, ਸਾਰੇ JKUT ਦੇ ਰਹਿਣ ਵਾਲੇ ਹਾਂ, ਅਸੀਂ ਸਾਰੇ ਆਪਣੇ JKUT ਦੇ ਪ੍ਰਤੀ ਦਰਦ ਰੱਖਣ ਵਾਲੇ ਬੰਦੇ ਹਾਂ। ਮੈਂ ਬਸ ਹਰ ਇੱਕ ਸੰਸਥਾ ਨੂੰ ਇਹ ਇੱਕ ਆਪਣੀ ਤਰਫੋਂ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਕੋਈ ਵੀ ਗੱਲ ਹੋਏ ਜਿਸ ਖਿੱਤੇ ਦੇ ਰਿਲੇਟਿਡ ਉਹ ਗੱਲ ਹੈ, ਉਹਨਾਂ ਨੂੰ ਇੱਕ ਵਾਰ ਕੌਨਫੀਡੈਂਸ ਵਿੱਚ ਲੈਣਾ ਬੜਾ ਜ਼ਰੂਰੀ ਹੈ। ਉਹਨਾਂ ਨੂੰ ਨਾਲ ਲੈ ਕੇ ਪਹਿਲੇ ਇਹ ਦੇਖਣਾ ਚਾਹੀਦਾ ਹੈ ਕਿ ਜਿਸ ਖਿੱਤੇ ਦੇ ਰਿਲੇਟਿਡ ਗੱਲ ਹੈ, ਉਸ ਖਿੱਤੇ ਦੇ ਰਿਲੇਟਿਡ ਜਿਹੜੀ ਕੋਈ ਸੰਸਥਾ ਹੈ ਉਹਨੇ ਹਾਲੇ ਤੱਕ ਕੀ ਕੰਮ ਕੀਤਾ ਹੈ, ਉਹ ਕੰਮ ਦੀ ਜਾਣਕਾਰੀ ਲੈਣ ਤੋਂ ਬਾਅਦ, ਕਿਉਂਕਿ ਅਸੀਂ ਜਿੱਥੇ JKUT ਦੀ ਪਬਲਿਕ ਦੀ ਕਰਕੇ ਦਰਦ ਰੱਖਦੇ ਹਾਂ ਤੇ ਉੱਥੇ ਹਰ ਇੱਕ ਬੰਦੇ ਦਾ ਸਾਡੇ ਦਾ ਫਰਜ਼ ਬਣਦਾ ਹੈ ਕਿ ਅਸੀਂ ਪਬਲਿਕ ਦੇ ਨਾਲ ਖੜੇ ਹੋਈਏ, ਅਸੀਂ ਟਰਾਂਸਪੋਰਟਰਾਂ ਨਾਲ ਖੜੇ ਹੋਈਏ। ਮਗਰ ਮੈਂ ਇੰਨੀ ਬੇਨਤੀ ਕਰਾਂਗਾ ਕਿ ਸੱਚਾਈ ਤੱਕ ਪਹਿਲੇ ਪਹੁੰਚ ਜਾਣਾ ਚਾਹੀਦਾ ਹੈ, ਪਹਿਲੇ ਦੇਖ ਲੈਣਾ ਚਾਹੀਦਾ ਕਿ ਉਸ ਖਿੱਤੇ ਦੇ ਰਿਲੇਟਿਡ ਜਿਹੜੀ ਸੰਸਥਾ ਹੈ ਉਹਨੇ ਕਿੰਨਾ ਕੁ ਕੰਮ ਕੀਤੇ ਦਾ ਹੈ ਔਰ ਕਿੱਥੇ ਤੱਕ ਪਹੁੰਚੇ ਦੇ ਨੇ। ਕਿਉਂਕਿ ਸਾਡੀ ਪ੍ਰਜਾ ਦੀ ਗੁਹਾਰ ਕਿੱਥੇ ਤੱਕ ਹੁੰਦੀ ਹੈ? ਰਾਜਾ ਤੱਕ ਹੁੰਦੀ ਹੈ। ਤੇ ਸਾਡੇ ਜੰਮੂ ਕਸ਼ਮੀਰ ਇਸ ਟਾਈਮ ਰਾਜਾ ਕੌਣ ਹੈ? ਲੈਫਟੀਨੈਂਟ ਗਵਰਨਰ ਹੈ। ਤੇ ਅਸੀਂ ਆਪਣੇ ਰਾਜੇ ਤੱਕ ਪਹਿਲੇ ਵੀ ਪਹੁੰਚੇ ਔਰ ਅੱਜ ਵੀ ਪਹੁੰਚੇ ਔਰ ਅੱਜ ਵੀ ਸਾਨੂੰ ਫੁੱਲੀ ਆਸ਼ਵਾਸਨ ਮਿਲਿਆ ਹੈ ਕਿ ਵਿਦਿਨ ਡੇਜ਼ ਜਿਹੜਾ ਇਹ ਟੋਲ ਹੈ, ਟੋਲ ਪਲਾਜ਼ਾ ਹੈ, ਸਸਪੈਂਡ ਕੀਤਾ ਜਾਏਗਾ। ਬਿਲਕੁਲ, ਹੁਣ ਸਿੱਧੇ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਜਿਹੜੀ ਸੰਗਤ ਹੈ ਸਾਡੀ ਕਿ ਹੁਣ ਕੁਝ ਵਿਦ ਇਨ ਡੇਜ਼ ਜਿਹੜੇ ਅਪਕਮਿੰਗ ਡੇਜ਼ ਨੇ ਉਹਦੇ ਵਿੱਚ ਇਸ ਰੋਡ ਟੋਲ ਪਲਾਜ਼ਾ ਜਿਹੜਾ ਹਟਣ ਜਾ ਰਿਹਾ 100% ਹਟਣ ਜਾ ਰਿਹਾ। ਬਿਲਕੁਲ ਸੰਗਤਾਂ ਦੇ ਬਿਲਕੁਲ ਸਵਾਲ ਵੀ ਕਾਫੀ ਸਨ। ਹੁਣ ਸਾਡੇ ਨਾਲ ਵੀਰ ਹੋਰੀ ਇੱਕ ਹੋਰ ਖੜੇ ਨੇ ਜਿਨ੍ਹਾਂ ਦੇ ਤੁਸੀਂ ਜਾਣਦੇ ਹੋ ਰੇਲਵੇ ਦਾ ਕਾਫੀ ਮੁੱਦਾ ਰਿਹਾ, ਜਿਹੜੀ ਪ੍ਰਾਈਵੇਟ ਪਾਰਕਿੰਗ ਨੂੰ ਲੈ ਕੇ ਜਿਹੜੀ ਗੱਲਾਂ ਹੋਈਆਂ ਉਹ ਵੀ ਅੱਜ ਇੱਥੇ ਪੁੱਜੇ ਨੇ। ਮੈਂ ਚਾਹਾਂਗਾ ਕਿ ਤੁਸੀਂ ਵੀ ਜਿਹੜੇ ਤੁਹਾਡੇ ਖੇਤਰ ਨਾਲ ਜੁੜੇ ਹੋਏ ਲੋਕ ਨੇ ਕੀ ਆਸ਼ਵਾਸਨ ਦੇਣਾ ਚਾਹੁੰਦੇ ਹੋ ਜਿਹੜੀ ਗੱਲਬਾਤ ਤੁਹਾਡੀਆਂ ਹੋਈਆਂ ਨੇ ਇਸ ਲਈ ਗਵਰਨਰ ਹਾਊਸ ਵੀ? ਦੇਖੋ ਜੀ, ਅਸੀਂ ਗਵਰਨਰ ਸਾਹਿਬ ਨੂੰ ਅੱਜ ਮਿਲੇ ਆ ਆਪਣੇ ਆਲ J&K ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਾਹਿਬ ਦੇ ਨਾਲ ਔਰ ਬਾਕੀ ਸਾਰੇ ਜਿਹੜੇ ਪ੍ਰੈਜ਼ੀਡੈਂਟ ਸਾਡੇ ਸਾਰੀ ਐਸੋਸੀਏਸ਼ਨ ਦੇ ਸਾਰੇ ਨਾਲ। ਅਸੀਂ ਆਪਣੀ ਗੱਲ ਇਹ ਰੱਖੀ ਕਿ ਸਾਡਾ ਜਿਹੜਾ ਹੈ 1972 ਤੋਂ ਜਿਸਲੇ ਟ੍ਰੇਨ ਆਈ ਹੈ ਉਸ ਟਾਈਮ ਤੋਂ ਅਸੀਂ ਇੱਥੇ ਰੇਲ ਦੇ ਕਿਰਾਏਦਾਰ ਉਹਦੇ ਵਿੱਚ ਆਟੋ ਹੈ, ਮੈਟਾਡੋਰ ਹੈ, ਬੱਸ ਹੈ, ਟੈਕਸੀ ਹੈ, ਸਾਰੇ ਲੋਕ। ਔਰ ਅਸੀਂ ਉੱਥੇ 3-3 ਮਹੀਨੇ ਐਡਵਾਂਸ ਦਿੰਦੇ ਹਾਂ, ਜਦ ਕਿ ਟੋਟਲ 80 ਲੱਖ ਦੇ ਕਰੀਬ ਅਸੀਂ ਸਾਲ ਦਾ ਪੈਸਾ ਦਿੰਦੇ ਹਾਂ। ਮਗਰ ਕੀ ਹੈ ਕਿ ਇਹਨਾਂ ਨੇ ਕੀ ਕਰਤਾ ਕਿ ਇੱਥੇ ਇਹਨੂੰ ਪ੍ਰਾਈਵੇਟ ਕਰਦੇ ਨੇ, ਪ੍ਰਾਈਵੇਟ ਠੇਕੇਦਾਰ ਨੂੰ ਦੇ ਕਰਦੇ, ਜਿਹਦਾ ਸਖਤ ਵਿਰੋਧ ਅਸੀਂ ਕੀਤਾ। ਕੱਲ ਡਿਪਕਾਮ ਸਾਹਿਬ ਨੂੰ ਮਿਲਿਓ ਔਰ ਉਸੇ ਮਸਲੇ 'ਚ ਅੱਜ ਅਸੀਂ ਗੱਲ ਕੀਤੀ LG ਸਾਹਿਬ ਨਾਲ। LG ਸਾਹਿਬ ਨੇ ਬੜਾ ਆਸ਼ਵਾਸਨ ਦਿੱਤਾ ਹੈ ਕਿ ਉਹ DRM ਫਿਰੋਜ਼ਪੁਰ ਨਾਲ ਵੀ ਇਹ ਗੱਲਬਾਤ ਕਰਨਗੇ, ਲਿਖਤ ਵਿੱਚ ਵੀ ਇਹ ਸਾਰੀ ਕਾਰਵਾਈ ਕਰਨਗੇ ਔਰ ਉਹ ਕਹਿ ਰਹੇ ਨੇ ਕਿ ਤੁਹਾਡਾ ਮਸਲਾ ਜਿਹੜਾ ਹੈ ਇਹ ਬੜੀ ਜਲਦੀ ਹੱਲ ਕਰਾਇਆ ਜਾਏਗਾ। ਜੀ ਬਹੁਤ ਬਹੁਤ ਧੰਨਵਾਦ। ਹੋਰ ਵੀ ਸਾਡੇ ਨਾਲ ਜਿਹੜੇ ਮੈਂ ਪਹਿਲੇ ਕਿ ਐਸੋਸੀਏਸ਼ਨ ਦੇ ਜਿੰਨੇ ਵੀ ਪ੍ਰੈਜ਼ੀਡੈਂਟ ਹੈਗੇ ਨੇ ਸਾਡੇ ਨਾਲ ਖੜੇ ਨੇ, ਵੀਰ ਜੀ ਆਪ ਜੀ ਨੂੰ ਵੀ ਜੀ ਆਇਆਂ ਨੂੰ ਕਰਦਾ। ਕੀ ਕਹਿਣਾ ਚਾਹੋਗੇ ਅੱਜ ਦੀ ਮੀਟ ਤੋਂ ਬਾਅਦ? ਕਿਉਂਕਿ ਬੜਾ ਜਿੰਨੇ ਵੀ ਲੋਕ ਸਾਡੇ ਇਸ ਖੇਤਰ ਨਾਲ ਜੁੜੇ ਹੋਏ, ਚਾਹੇ ਉਹ ਸਟ੍ਰਾਈਕ ਦੇ ਵਿੱਚ ਬੈਠੇ ਹੋਣ ਜਾਂ ਇਸ ਮਸਲੇ ਨੂੰ ਜ਼ਿਆਦਾ ਦੇਖ ਰਹੇ ਨੇ, ਬੜੀ ਉਮੀਦ ਹੈ ਉਹਨਾਂ ਨੂੰ ਹਰ ਇੱਕ ਚਿਹਰੇ ਤੋਂ ਜਿਹੜੇ ਸੋਸ਼ਲ मीडिया ਤੇ ਆ ਕੇ कुछ भी बयान दे रहे हैं। देखिए, जिस तरह हमारे चेयरमैन अजीत सिंह जी ने आपको बड़े विस्तार में ये समझाया, ये नहीं है कि ट्रांसपोर्ट जो हमारी ऑल J&K ट्रांसपोर्ट वेलफेयर एसोसिएशन जो है ये चुप करके बैठी हुई है, क्योंकि जैसा इन्होंने कहा है कि पहले भी हमारे आपने देखा बहुत सारे इतने मुद्दे थे और एक एक करके उनका वो हल निकला। और जैसा ये लेटर अभी दिखाया चेयरमैन साहब ने, हम चुप नहीं, मैं आपके माध्यम से खासकर अपने ट्रांसपोर्टरों को भी एक चीज सामने लाऊंगा कि हम चुप करके नहीं बैठे हुए हैं। और रही बात टोल प्लाजा की, अगर आज अभी हमारा पूरा डेलीगेशन जितने भी हमारे प्रधान साहिबान हैं और कोर कमेटी है और जिसकी जो जेरे क़यादत हमारे जो चेयरमैन जो एक छाता हमारा है उनकी जेरे क़यादत में सारे जितने भी ग्रुपों के प्रधान साहिबान हैं, हमने LG साहब से अभी शॉर्ट नोटिस में आपने देखा अभी वो कश्मीर से जम्मू पहुंचे हैं और हमें सुना गया और हमें आश्वासन दिया गया विद इन डेज। ये नहीं है कि हम ट्रांसपोर्ट चुप करके बैठेगी, अगर हमारे मुद्दे एक एक करके हल हो रहे हैं तो हमें क्या हमें रोडों पे आके वो मुद्दे हल करने के टेबल टॉक के जरिए, जैसा चेयरमैन साहब ने कहा, तो हमारी जितनी टीम है, खासकर मैं अपने ट्रांसपोर्टरों को ये एक चीज, मालिक जो हमारे गाड़ी के हैं, मैं जरूर सामने लाऊंगा कि ट्रांसपोर्टर जो है, जो आपके प्रधान जो आपके चुन के भेजे हुए हैं, वो चुप करके नहीं बैठे। ये लेटर हमने दिया था, बीच में 15 अगस्त की वजह से ये कुछ 2-4-5 दिन अगर लेट हुआ तो आज LG साहब ने हमें आश्वासन दिया है
कि मुझे लगता है कि 1-2 दिन में ये मसला हमारा सॉर्ट आउट होने वाला। और मैं खासकर मैं अपनी जितनी हमारी जम्मू की जो डोगरा समाज है, आम जनता है, ट्रांसपोर्टर हमेशा जब भी कोई लड़ाई लड़ी है और ट्रांसपोर्टर कभी भी पीछे नहीं हटा। ये मत लोग सोचें कि ट्रांसपोर्टर, लेकिन हम अपने हिसाब से हमारा मकसद क्या है, हमारी मांग माननी चाहिए। और 15 अगस्त की वजह से ये जो लेट हुए हैं, हम माफी चाहेंगे अपनी खासकर ट्रांसपोर्टरों से। ऐसा नहीं है, क्यों कि हमारी टीम अगर बड़े बड़े काम हमने किए हैं तो ये भी एक हमारा मकसद बनता है। और हमारा ये, क्योंकि लोगों ने बोर्ड दे के हमें भेजा हुआ है, तो हमारा मकसद है कि ये काम जो है ये बिना जो रोड पे वो जो मुजाहरा करके अगर टेबल पे हमें सुना जा रहा है, तो ये बहुत अच्छा कदम था। आज गवर्नर साहब ने हमें बुलाया और हमें सुना। और हमारा, क्योंकि ट्रांसपोर्ट का आपने देखा, ये जो टोल प्लाजा है सबसे ज्यादा हमारी बड़ी बसें, छोटी बसें, टैक्सी है, उसमें ट्रक्स हैं, ऑयल टैंकर्स हैं। तो अगर कोई लोकल लोग जाते हैं तो बेचारा कोई 10 दिन में जाता है, कोई 15 दिन के बाद जाता है। सबसे ज्यादा नुकसान हमारा हो रहा था। तो मैं अपने खासकर अपनी टीम की, जितनी भी हमारी टीम है, हम सारे इस टाइम गवर्नर हाउस में हैं और अभी हम मीटिंग करके बाहर निकले हैं। घबराने की कोई जरूरत नहीं, खासकर हमारे ट्रांसपोर्टरों को और आम जनता को। मुझे लगता है कि 1-2 दिन में हमारा मसला हल हो जाएगा। जय हिंद, जय भारत। ट्रांसपोर्ट यूनियन जिंदाबाद। ਤੁਸੀਂ ਸਾਰੇ ਸੁਣ ਰਹੇ ਸੋ। ਇਸ ਵੇਲੇ ਮੈਂ ਚਾਹਾਂਗਾ ਕਿ ਕਾਪੀ ਇੱਕ ਵਾਰੀ ਮੈਨੂੰ ਦੇ ਦਿੱਤੀ ਜਾਏ ਤਾਂ ਕਿ ਵਿਸਤਾਰ ਦੇ ਨਾਲ ਮੈਂ ਸਾਰੀ ਗੱਲਬਾਤ ਦੱਸ ਸਕਾਂ, ਕਿਉਂਕਿ ਜਿੰਨੇ ਵੀ ਸਾਡੇ ਵਿਊਅਰਸ ਹਨ ਉਹ ਬੜੀ ਦੇਰ ਤੋਂ ਆਸ ਕਰ ਰਹੇ ਸਨ ਕਿ ਕਿਹੜੀ ਗੱਲਬਾਤ ਹੁਣ ਹੋਣ ਜਾ ਰਹੀ ਹੈ, ਕਿਉਂਕਿ ਇਹ ਸਿੱਧੀਆਂ ਤਸਵੀਰਾਂ ਤੁਸੀਂ ਹੋਂਦ ਚੈਨਲ ਤੇ ਲਾਈਵ ਐਕਸਕਲੂਸਿਵ ਦੇਖ ਰਹੇ ਹੋ। ਔਰ ਸਭ ਤੋਂ ਪਹਿਲੀ ਤਸਵੀਰ ਹਾਲੇ ਤੱਕ ਹੋਰ ਕਿਸੇ ਪਲੇਟਫਾਰਮ ਨੇ ਸ਼ੇਅਰ ਨਹੀਂ ਕੀਤੀ ਹੋਣੀ, ਕਿਉਂਕਿ ਜਦੋਂ ਸਾਨੂੰ ਪਤਾ ਚੱਲਿਆ ਸਰੋੜ ਟੋਲ ਪਲਾਜ਼ਾ ਦੇ ਉੱਤੇ ਜਿਹੜੀ ਗੱਲਬਾਤ ਚੱਲ ਰਹੀ ਹੈ, ਜਿਹੜੇ ਸਾਡੇ ਨੌਜਵਾਨ ਵੀਰ ਨੇ ਹਜੇ ਉੱਥੇ ਨੇ, ਉਹਨਾਂ ਨੂੰ ਵੀ ਆਸ਼ਵਾਸਨ ਦੇਣਾ ਜ਼ਰੂਰੀ ਹੈ ਕਿ ਟੇਬਲ ਟਾਕ ਦੇ ਉੱਤੇ ਤੇ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਹੈ ਔਰ ਕਿੱਦਾਂ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ, ਕਿਉਂਕਿ ਸਿੱਧੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਣੀਆਂ ਵੀ ਐਜ਼ ਅ ਰਿਸਪੌਂਸਿਬਲ ਸਿਟੀਜ਼ਨ ਹੋਣ ਦੇ ਨਾਤੇ ਤੁਹਾਡੇ ਤੱਕ ਜ਼ਰੂਰੀ ਹੈ। ਮੈਂ ਉੱਪਰਲੀ ਗੱਲ ਤੁਹਾਡੇ ਸਾਹਮਣੇ ਜ਼ਰੂਰ ਤੁਹਾਡੇ ਸਾਹਮਣੇ ਸ਼ੇਅਰ ਕਰਨਾ ਚਾਹਾਂਗਾ, ਕਿਉਂਕਿ ਜਿਹੜਾ ਸਵਾਲ ਤੁਹਾਡੇ ਕਹਿਣ ਦੇ ਉੱਤੇ ਮੈਂ ਐਡਮਿਨਿਸਟ੍ਰੇਸ਼ਨ ਜਾਂ ਜਿਹੜੇ ਆਲ J&K ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਜਾਂ ਚੇਅਰਪਰਸਨ ਸਨ ਉਹਨਾਂ ਕੋਲ ਵੀ ਲਿਆ ਕਿ ਇੰਨਾ ਡਿਲੇ ਕਿਉਂ, ਔਰ ਸਭ ਤੋਂ ਪਹਿਲਾ ਤਬਕਾ ਜਿਹੜਾ ਸੀ ਟਰਾਂਸਪੋਰਟ ਖੇਤਰ ਦਾ ਸੀ ਤੇ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਸੀ। ਤੇ ਜਦ ਮੈਂ ਇਹ ਕੁਐਸਚਨ ਪੁੱਛ ਰਿਹਾ ਸੀ ਤੇ ਜਦੋਂ ਰਿਟਨ ਦੇ ਵਿੱਚ ਕੋਈ ਚੀਜ਼ ਆਉਂਦੀ ਹੈ ਫਿਰ ਉਸ ਦੇ ਉੱਪਰ ਕੋਈ ਮਤਭੇਦ ਨਹੀਂ ਰਹਿੰਦਾ, ਕਿਉਂਕਿ ਸਭ ਤੋਂ ਪਹਿਲੇ ਇਹਨਾਂ ਦੀ ਤਰਫ ਤੋਂ ਡਿਵੀਜ਼ਨਲ ਕਮਿਸ਼ਨਰ ਨੂੰ ਜਿਹੜਾ ਲੈਟਰ ਲਿਖਿਆ ਗਿਆ ਸੀ ਉਹਦੀ ਡੇਟ ਸੀ 1 ਅਗਸਤ 2023 ਨੂੰ। ਇਹ ਕਲੀਅਰਲੀ ਵਰਡਸ ਦੇ ਵਿੱਚ ਲਿਖਿਆ ਹੋਇਆ ਕਿ ਟੋਲ ਕਲੈਕਸ਼ਨ ਟੂ ਬੀ ਬੈਂਡ ਇਨ ਜੰਮੂ ਪਠਾਨਕੋਟ ਨੈਸ਼ਨਲ ਹਾਈਵੇ till the roads and bridges are damaged। जब तक डैमेज ब्रिज और रोड का काम कंप्लीट नहीं हो जाता तब तक आप मांग करते हैं कि वो टोल प्लाजे ਨੂੰ खत्म किया जाए। उस तो बाद जी अगली लैटर फॉरवर्ड की गई है डिविजनल कमिश्नर के तरफ तो रीजनल ऑफिसर नैशनल हाईवे अथॉरिटी ऑफ इंडिया जम्मू ਨੂੰ अगस्त 5 2023 ਨੂੰ विद इन 2 to 3 days हैंडओवर करती गई कलैक्शन ऑफ टोल टैक्सीज इन जम्मू एंड पठानकोट नैशनल हाईवे NH44। ਮੈਨੂੰ ਲੱਗਦਾ ਕਿ ਹੁਣ ਮਸਲਾ ਸੁਲਝਦਾ ਹੋਇਆ ਦਿਖ ਰਿਹਾ। ਜਿੱਦਾਂ ਮੈਂ ਕੁਐਸਚਨ ਪੁੱਛਿਆ ਤੁਹਾਡੇ ਕਹਿਣ ਦੇ ਉੱਤੇ ਜਦੋਂ ਮੈਂ ਕਮੈਂਟਸ ਪੜ੍ਹ ਰਿਹਾ ਸੀ, ਵੀਰ ਜੀ ਹੋਰੀ ਵੀ ਸਾਡੇ ਤੱਕ ਪਹੁੰਚਾ ਰਹੇ ਸਨ ਕਿ ਹੁਣ ਛੇਤੀ ਹੀ ਜਿਹੜਾ ਵਿਦ ਇਨ ਡੇਜ਼ ਜਿਹੜੇ ਅਪਕਮਿੰਗ ਡੇਜ਼ ਨੇ ਉਹਦੇ ਵਿੱਚ ਟੋਲ ਪਲਾਜ਼ਾ ਚੁੱਕਿਆ ਜਾਏਗਾ। ਤੇ ਮੈਂ ਇਹ ਵੀ ਰਿਕੁਐਸਟ ਕਰਨਾ ਚਾਹੁੰਦਾ ਆਪਣੇ ਸਾਰੇ ਵੀਰਾਂ ਨੂੰ, ਰਾਜਪੂਤ ਸਭਾ ਦੇ ਜਿਹੜੇ ਵੀਰ ਹਨ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਇਸ ਕਾਰਜ ਦੇ ਲਈ, ਕਿਉਂਕਿ ਹਰ ਇੱਕ ਦਰਦ ਰੱਖਦਾ ਜ਼ਿਲ੍ਹੇ ਕਿਸੇ ਸਟੇਟ ਦੇ ਵਿੱਚ ਰਹਿੰਦਾ ਹੈ। ਇਹ ਆਸ਼ਵਾਸਨ ਇਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਜਿਹੜੀ ਟਰਾਂਸਪੋਰਟ ਐਸੋਸੀਏਸ਼ਨ ਹੈ ਉਹਦੀ ਗੱਲਬਾਤ ਹੋਈ ਹੈ ਔਰ ਕਲੀਅਰ ਵਰਡਸ ਦੇ ਵਿੱਚ ਉਹਨਾਂ ਦੇ ਤਰਫ ਤੋਂ ਕਿਹਾ ਗਿਆ ਗਵਰਨਰ ਜਿਹੜੇ J&K UT ਦੇ ਕਿ ਇਹਨਾਂ ਨੂੰ ਆਉਣ ਵਾਲੇ ਦਿਨ ਦੇ ਵਿੱਚ ਡਿਸਮਿਸ ਕਰ ਦਿੱਤਾ ਜਾਏਗਾ ਜਦ ਤੱਕ ਰੋਡ ਦਾ ਕੰਮ ਕੰਪਲੀਟ ਨਹੀਂ ਹੋ ਜਾਂਦਾ। ਐਕਸਕਲੂਸਿਵ ਰਿਪੋਰਟ ਆ, ਵੱਧ ਤੋਂ ਵੱਧ ਜਿਹੜੇ ਵੀਰ ਦੇਖ ਰਹੇ ਨੇ ਇਹਨੂੰ ਸ਼ੇਅਰ ਔਰ ਕਮੈਂਟ ਜ਼ਰੂਰ ਕਰਨ ਤਾਂ ਕਿ ਹਰ ਇੱਕ ਵੀਰ ਹਰ ਇੱਕ ਸ਼ਖਸ ਤੱਕ ਇਹ ਵੀਡੀਓ ਪੁੱਜ ਸਕੇ ਜਿਹੜੇ ਨਾਰਾਜ਼ ਹਨ ਤੇ ਰੋਡ ਦੇ ਉੱਤੇ ਬੈਠੇ ਹੋਏ ਨੇ ਆਪਣੀ ਡਿਮਾਂਡਸ ਨੂੰ ਲੈ ਕੇ। ਇੰਨਾ ਹੀ ਕਹਿੰਦਾ ਹੋਇਆ ਆਪ ਜੀ ਤੋਂ ਅਲਵਿਦਾ ਮੰਗਦਾ, ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।